ਜੀ अस्सलाम वालेकुम। फैसला का दिन जी, फैसला बड़ी देर तक इंतजार सी, फैसला आ गया, सारे बंदे रौला पा रहे ने, ए फैसला आ गया, ए तशरीह हो गई, ओ हो गई। सौखियां गल्लां ਅਸੀਂ ਸਵੇਰੇ ਵੀ ਕੀਤੀਆਂ ਨੇ, ਹੁਣ ਵੀ ਅਸੀਂ ਸੌਖੀਆਂ ਕਰਾਂਗੇ ਵੀ ਗੱਲ ਹੈ ਨਹੀਂ ਗੱਲ ਹੈਗੀ ਬੇਸਿਕ ਤੇ ਜਾਓ। ਇਹ ਫੈਸਲਾ ਕਿਸ ਚੀਜ਼ ਤੇ ਹੈ? ਕੇਸ ਹੈ ਕੀ ਸੀ? ਉੱਥੇ ਪਿਸ਼ਾਵਰ ਹਾਈ ਕੋਰਟ ਤੋਂ ਇੱਕ ਫੈਸਲਾ ਆਇਆ ਸੀ, ਉਹਦੀ ਅਪੀਲ ਆਈ ਸੀ ਇੱਥੇ। ਉਸ ਅਪੀਲ ਦੇ ਵਿੱਚ ਇੱਕ ਲਿਖਿਆ ਜਾਂਦਾ ਜਦੋਂ ਬੰਦਾ ਕਿਸੇ ਵੀ ਕੋਰਟ ਦੇ ਵਿੱਚ ਅਪੀਲ ਦਾਇਰ ਕਰਦਾ ਉਹ ਕੋਈ ਨਾ ਕੋਈ ਕਾਨੂੰਨ ਦਾ ਹਵਾਲਾ ਦਿੰਦਾ ਕਿ ਫਲਾਣੇ ਕਾਨੂੰਨ ਦੇ ਮੁਤਾਬਕ ਮੇਰੀ ਇਹ ਪਟੀਸ਼ਨ ਹੈਗੀ ਹੈ। ਹੁਣ ਉਸ ਕਾਨੂੰਨ ਦੇ ਤਸ਼ਰੀਹ ਕਰਦੇ ਹੋਏ ਉਹਦੀ ਅਪੀਲ ਸੁਣੀ ਜਾਂਦੀ ਹੈ। ਸਿੰਪਲ ਜਿਹੀ ਗੱਲ ਸਮਝ ਆ ਗਈ ਹੈ। ਉਸ ਫੈਸਲੇ ਨੂੰ ਸਿੰਪਲ ਜਿਹੇ ਫੈਸਲੇ ਨੂੰ ਅਪੀਲ ਭੁੱਲ ਗਏ ਕਿ ਅਪੀਲ ਹੈਗੀ, ਉਹਨੂੰ ਮੇਨ ਕੇਸ ਨਾਲ ਸੁਣਨਾ ਸ਼ੁਰੂ ਕਰਤਾ ਤੇ ਹਰ ਉਸ ਪਹਿਲੂ ਤੇ ਸੁਣਿਆ ਜਿਹੜੇ ਪਹਿਲੂ ਦੀ ਉਸ ਅਪੀਲ ਦੀ ਡਿਮਾਂਡ ਹੈ ਹੀ ਨਹੀਂ ਸੀ। ਮਤਲਬ ਕਿ ਐਪਲੀਕੇਸ਼ਨ ਦੇਣ ਵਾਲੇ ਨੇ ਅਪਲਾਈ ਨਹੀਂ ਸੀ ਕੀਤਾ ਕਿ ਇਹ ਚੀਜ਼ਾਂ ਦੇ ਉਹਨੂੰ ਘਸੀਟ ਕੇ ਟੁਰਦੇ ਫਿਰਦੇ ਰਹੇ ਤੇ ਸਿਰਫ ਤੋਂ ਸਿਰਫ ਉਹ ਜਿਹੜਾ ਮਤਲਬ ਫੋਰਨ ਫੰਡਡ ਜਿਹੜਾ ਫਿਤਰਾ ਹੈ ਉਹਦੇ ਵਾਸਤੇ ਉਹਦੀ ਫੋਰਨ ਫੰਡਿੰਗ ਦੇ ਵਿੱਚੋਂ ਹੀ ਕੋਈ ਸਿਸਟਮ ਕੱਢਦੇ ਰਹੇ, ਲੇਕਿਨ ਉੱਥੇ ਕਾਨੂੰਨ ਤੇ ਆਇਨ ਨੂੰ ਉਹਦੇ ਕੋਲ ਭਟਕਣ ਤੱਕ ਨਹੀਂ ਦਿੱਤਾ। ਫਿਰ ਤੁਸੀਂ ਬਾਕੀ ਸਾਰੇ ਚੀਜ਼ਾਂ ਤੋਂ ਵਾਕਫ ਜੇ, ਜਿਸ ਤਰ੍ਹਾਂ ਉਹ ਲਿਖਿਆ ਜਾਂਦਾ ਸ਼ਾਰਟ ਫੈਸਲਾ ਲਿਖਿਆ, ਛੁੱਟੀ ਤੇ ਚਲੇ ਗਏ, ਪਿੱਛੋਂ ਟਾਈਮ ਪੂਰਾ ਹੋ ਗਿਆ, ਟਾਈਮ ਪੂਰਾ ਹੋਇਆ, 2 ਜੱਜਾਂ ਨੇ ਆਪਣਾ ਉਸ ਸ਼ਾਰਟ ਆਰਡਰ ਤੇ ਹੀ ਆਪਣੇ ਨੋਟਸ ਜਾਰੀ ਕਰਤੇ, ਇਖਤਲਾਫੀ ਨੋਟ, ਕਿਉਂਕਿ ਉਹਨਾਂ ਦਾ ਹੱਕ ਬਣਦਾ ਸੀ ਆਪਣੇ ਇਖਤਲਾਫੀ ਨੋਟ ਲਿਖਣ, ਉਹ ਜਾਰੀ ਕਰਤੇ ਉਹਨਾਂ ਨੇ। ਕਿਹਦੇ ਤੇ? ਉਹਦਾ ਸ਼ਾਰਟ ਫੈਸਲਾ ਸੀ ਹੁੰਦੇ, ਕਿਉਂਕਿ ਤਫਸੀਲੀ ਫੈਸਲਾ ਆਇਆ ਨਹੀਂ ਸੀ। ਹੁਣ ਉਹ ਆ ਗਿਆ ਤਫਸੀਲੀ ਫੈਸਲਾ, ਉਸ ਤੋਂ ਪਹਿਲੇ ਇੱਕ ਹੋਰ ਤਫਸੀਲੀ ਫੈਸਲਾ ਵੀ ਆ ਗਿਆ ਸੀ, ਜਿਹਦੇ ਵਿੱਚ ਫਿਰ ਉਹਨਾਂ ਨੇ ਵਿੱਚੋਂ ਪਾਰਲੀਮੈਂਟ ਨੂੰ ਸਰਗਰਦਨ ਤੋਂ ਪੜਨ ਵਾਸਤੇ ਨਿਕਲੇ ਜੱਜ, ਤੇ ਕੁਝ ਉਹਨਾਂ ਨੇ ਜਾਰੀ ਕਰਕੇ ਜਿਹੜਾ ਕਿ ਗੈਰ ਕਾਨੂੰਨੀ ਤੌਰ ਤੇ ਜਾਰੀ ਕੀਤਾ ਜਾਂਦਾ ਨੋਟਿਸ ਹੋ ਚੁੱਕਿਆ ਹੈ। ਕਾਜ਼ੀ ਫਾਇਜ਼ ਸਾਹਿਬ ਨੇ ਪੁੱਛਿਆ ਕਿ ਦੱਸੋ ਮੈਨੂੰ ਵੀ ਸਮਝਾਓ ਕਿ ਕਾਨੂੰਨ ਦੇ ਵਿੱਚ ਕਿਤੇ ਫਿਕਸ ਕਰਕੇ ਦਿਓਗੇ ਕਿਸ ਤਰ੍ਹਾਂ ਹੋ ਗਿਆ। ਖੈਰ ਕਾਜ਼ੀ ਸਾਹਿਬ ਦੀ ਨਿੰਦਰ ਖੁੱਲੀ, ਸ਼ੁਕਰ ਹੈ। ਹੁਣ ਅਸੀਂ ਗੱਲ ਕਰਾਂਗੇ ਕਿ ਉਹ ਇਸ ਤਰੀਕੇ ਨਾਲ ਫੈਸਲਾ ਆਇਆ ਤੇ ਉਹਦੇ ਤੋਂ ਬਾਅਦ ਦੇਖਿਆ ਜਦੋਂ ਕਿ ਹੁਣ ਸਾਰਾ ਕੁਝ ਪਾਣੀ ਪੁਲਾਂ ਤੋਂ ਲੰਘ ਚੱਲਾ, ਉਹ ਜਿਹੜੀ ਬੋਂਗੀ ਮਾਰ ਬੈਠੇ ਆ, ਉਹਨੂੰ ਸਪੋਰਟ ਦੇਣ ਵਾਸਤੇ ਕੁਛ ਫਟਾਫਟ ਸਾਨੂੰ ਰੋਲਾ ਪਾਉਣਾ ਪਏਗਾ, ਅਗਰ ਨਹੀਂ ਪਾਇਆ ਤਾਂ ਫਿਰ ਬੜੇ ਜ਼ਲੀਲ ਹੋਣ ਲੱਗ ਪਏ ਆ। ਤੇ ਐਮਰਜੈਂਸੀ ਵਿੱਚ ਜਿਹੜਾ 3 ਮਹੀਨੇ ਨਹੀਂ ਸੀ ਲਿਖਿਆ ਗਿਆ ਤਫਸੀਲੀ ਫੈਸਲਾ, ਉਹਨੂੰ ਆਪਣੀ ਇੱਜ਼ਤ ਬਚਾਉਣ ਵਾਸਤੇ ਜਲਦਬਾਜ਼ੀ ਦੇ ਵਿੱਚ ਆਪਣੇ ਉਹ ਜਿਹੜੇ ਹੁੰਦੇ ਨੇ ਮੋਹਰੇ ਲੋੜਦਾ ਜਦੋਂ ਸਾਨੂੰ ਕੰਮ ਹੋਣ ਤੋਂ ਬਾਅਦ ਦੂਸਰਾ ਰਸਤਾ ਕੱਢ ਲੈਣਾ, ਤੇ ਇਹ ਇਸ ਵਾਸਤੇ ਰੱਖਿਆ ਸੀ ਕਿ ਵੀ ਜਿਹੜੀ ਸਿਚੁਏਸ਼ਨ ਆਏਗੀ ਉਸ ਟਾਈਮ ਤੇ ਜਦੋਂ ਸਾਨੂੰ ਸੂਟ ਕਰੇਗਾ ਟਾਈਮ ਉਦੋਂ ਅਸੀਂ ਵੀ ਜੰਪ ਮਾਰ ਜਾਵਾਂਗੇ। ਜੰਪ ਮਾਰਤਾ, ਫੈਸਲਾ ਆ ਗਿਆ। ਹੁਣ ਫੈਸਲੇ ਵਿੱਚ ਹਰ ਚੀਜ਼ ਲਿਖੀ ਗਈ ਹੈ, ਕਾਨੂੰਨ ਤੇ ਆਇਨ ਨਹੀਂ ਲਿਖਿਆ ਗਿਆ। ਫੈਸਲੇ 'ਚ ਹਰ ਗੱਲ ਦੇ ਉੱਤੇ ਬਕਵਾਸ ਕੀਤੀ ਗਈ ਹੈ, ਲੇਕਿਨ ਜਿਹੜਾ ਉਹ ਫੈਸਲਾ ਜਿਹੜੀ ਗੱਲਾਂ ਪੁੱਛੀਆਂ ਗਈਆਂ ਸੀ, ਜਿਨ੍ਹਾਂ ਦਾ ਕੇਸ ਚੱਲ ਰਿਹਾ ਸੀ, ਉਹਨਾਂ ਦੇ ਬਾਰੇ ਕੋਈ ਜ਼ਿਕਰ ਨਹੀਂ ਹੋਇਆ। ਈਵਨ ਜਿਹੜਾ ਫੈਸਲਾ ਅੱਜ ਆਇਆ ਇਹ ਨਹੀਂ ਸੀ ਆਇਆ, ਇਹਦੇ ਤੇ ਜਿਹੜੇ 2 ਜੱਜਾਂ ਨੇ ਇਖਤਲਾਫੀ ਨੋਟ ਲਿਖਿਆ ਸੀ ਉਹਦੇ ਬਾਰੇ ਜ਼ਿਕਰ ਕੀਤਾ ਗਿਆ। ਇਹਦੇ 'ਚ ਕਿਸੇ ਵੀ ਕਾਨੂੰਨ ਦਾ ਹਵਾਲਾ ਨਹੀਂ ਦਿੱਤਾ ਗਿਆ, ਕਿਸੇ ਵੀ ਚੀਜ਼ ਦਾ ਹਵਾਲਾ ਨਹੀਂ ਦਿੱਤਾ ਗਿਆ, ਔਰ ਇਹਨੂੰ ਫਿਰ ਬਦਮਾਸ਼ੀ ਦੀ ਲੈਂਗੁਏਜ ਲਿਖਿਆ ਗਿਆ, ਦੂਸਰੇ ਜੱਜਾਂ ਨੂੰ ਬੜੀ ਗਲਤ ਗੱਲਾਂ ਕਹਿ ਕੇ, ਤੇ ਇਹਦੀ ਆਪਣੀ ਜਿਹੜੀ ਇਹ ਫੈਸਲੇ ਦੀ ਲੈਂਗੁਏਜ ਉਹ ਇੱਕ ਸੁਪਰੀਮ ਕੋਰਟ ਦੇ ਜੱਜਾਂ ਵਾਲੀ ਲੈਂਗੁਏਜ ਨਹੀਂ ਹੈਗੀ। ਹੁਣ ਇਸ ਫੈਸਲੇ ਨੂੰ ਕਿਹਨੇ ਲਿਖਿਆ? ਇਸ ਫੈਸਲੇ ਨੂੰ ਸ਼ਾਹ ਸਾਹਿਬ ਨੇ ਲਿਖਿਆ, ਜਿਹੜੇ ਰਾਤ ਦਿਨ ਕੰਧਾਂ ਨੂੰ ਟੱਕਰਾਂ ਮਾਰਦੇ ਫਿਰਦੇ ਨੇ, ਠੁੱਡੇ ਮਾਰਦੇ ਫਿਰਦੇ ਨੇ, ਕਿਹੜਾ ਟਾਈਮ ਹੋਵੇ ਮੈਂ ਚੀਫ ਜਸਟਿਸ ਦੀ ਸੀਟ ਤੇ ਪਵਾਂ। ਉਹਨਾਂ ਦਾ ਜ਼ਾਤੀ ਇੰਟਰਸਟ ਵੀ ਬਹੁਤ ਜ਼ਿਆਦਾ ਵਿੱਚ ਹੈਗਾ। ਉਹਨਾਂ ਨੇ ਫੈਸਲਾ ਲਿਖਿਆ, ਉਹਨਾਂ ਇਸ ਫੈਸਲੇ ਉੱਤੇ ਇੱਕ ਗੱਲ ਤੁਸੀਂ ਭੁੱਲ ਗਏ ਹੋ ਸਾਰੇ, ਇਹ ਜਿੰਨੇ ਰੌਲਾ ਪਾ ਕੇ ਬੈਠੇ ਨੇ, ਟੀਵੀਆਂ ਤੇ ਬੈਠੇ ਨੇ, ਚੜੇ ਨੇ, ਤਜਜ਼ੀਆ ਕਰ ਰਹੇ ਨੇ, ਸਭ ਕੁਝ ਇਹ ਗੱਲ ਭੁੱਲ ਗਏ ਨੇ। ਉਹ ਮੈਂ ਤੁਹਾਨੂੰ ਯਾਦ ਕਰਾਉਣ ਵਾਸਤੇ ਆ। ਉਹ ਗੱਲ ਹੈ ਯਾਦ ਕਰੋ ਕਿ ਇਹ ਜਿਹੜਾ ਤਫਸੀਲੀ ਫੈਸਲਾ ਹੈ 8 ਜੱਜਾਂ ਦਾ ਹੈ। ਇਹਦੇ ਵਿੱਚ ਜਿਹੜੇ ਇਹ ਤੇ ਫੈਸਲਾ ਲਿਖਤਾ ਉਹਨੇ ਸ਼ਾਹ ਸਾਹਿਬ ਨੇ, ਇਹਦੇ ਵਿੱਚ ਜਿਹੜੇ ਆਪਣੇ ਨੋਟਸ ਹੁੰਦੇ ਨੇ ਉਹ ਵੀ ਬੰਦੇ ਨੇ ਲਿਖਣੇ ਨੇ। ਉਹ ਖਿਲਾਫੀ ਵੀ ਲਿਖ ਸਕਦਾ ਹੈ, ਉਹ ਆਪਣਾ ਨੋਟ ਉਹਦੇ ਹੱਕ ਵਿੱਚ ਵੀ ਲਿਖ ਸਕਦਾ ਹੈ, ਅੱਜ ਉਹ ਖਿਲਾਫ ਹੋਵੇ ਕੱਲ੍ਹ ਉਹਦੀ ਫੇਵਰ ਵਿੱਚ ਵੀ ਲਿਖ ਸਕਦਾ ਹੈ। ਕਿਉਂਕਿ ਫੈਸਲਾ ਜਾਰੀ ਹੋ ਗਿਆ, ਉਸ ਦਿਨ ਉਹ ਐਗਰੀ ਗਏ ਸਨ 8 ਦੇ ਜੱਜ, ਅੱਜ ਹੋ ਸਕਦਾ ਕਈ ਗੱਲਾਂ ਤੇ ਐਗਰੀ ਨਾ ਹੋਣ, ਅੱਜ ਉਹਦੇ ਉੱਤੇ ਆਪਣਾ ਇੱਕ ਵੱਖਰਾ ਨੋਟ ਉਹਨਾਂ ਨੇ ਜਾਰੀ ਕਰਨਾ ਹੈ। ਇਸ ਟਾਈਮ ਜੱਜ ਜਿਹੜੇ ਨੇ ਉਹ ਬਹੁਤ ਸਾਰੀ ਜਗ੍ਹਾ ਦੇ ਉੱਤੇ ਮੈਨੂੰ ਉਮੀਦ ਹੈ, ਮੈਨੂੰ ਲੱਗਦਾ ਹੈ ਕਿ ਕਿਉਂਕਿ ਸਾਰੇ ਪਾਕਿਸਤਾਨ ਦੇ ਖਿਲਾਫ ਨਹੀਂ ਹੋ ਸਕਦੇ ਉਹ, ਕਿਉਂਕਿ ਇੰਨੇ ਵੱਡੇ ਸਫੇ ਨੇ ਥੱਬਾ ਦੇ ਫੈਸਲੇ ਦੇ ਲਿਖੇ ਹੈ, ਉਨ ਸਾਰਿਆਂ ਨੂੰ ਕਵਰ ਕਰਕੇ ਉਹਨਾਂ ਨੇ ਆਪਣੇ ਨੋਟ ਜਾਰੀ ਕਰਨੇ ਨੇ। ਉਹ ਬਿਜ਼ੀ ਹੋਏ ਨੇ, ਉਹ ਲਿਖਦੇ ਪਏ ਨੇ। ਪਿਕਚਰ ਵੀ ਬਾਕੀ ਹੈ ਮੇਰੇ ਦੋਸਤ, ਫੈਸਲੇ ਇੰਜ ਨਹੀਂ ਹੁੰਦੇ ਜਿਵੇਂ ਹੁੰਦੇ ਪਏ ਨੇ। ਮੁਲਕ ਹੈਗਾ, ਆਉਣ ਵਾਲੇ ਨੇ ਨੋਟ ਉਤਲੇ ਉਹ ਵੀ ਚੈੱਕ ਕਰ ਲਓ, ਤੇ ਫਿਰ ਅਗਲੀ ਜਵਾਬੀ ਕਾਰਵਾਈ ਵੀ ਚੈੱਕ ਕਰੋ ਬੜੀ ਜਲਦੀ, ਜ਼ਿਆਦਾ ਦਿਨਾਂ ਦੀ ਗੱਲ ਨਹੀਂ, ਥੋੜੇ ਦਿਨਾਂ ਦੇ ਵਿੱਚ। ਇਹ ਜਿੰਨੇ ਵੀ ਮੁਲਕ ਦੁਸ਼ਮਣ ਹੈਗੇ ਨੇ, ਇਹ ਕੋਈ ਵੀ ਭੇਸ ਬਦਲ ਕੇ ਜਾਣ, ਇਹ ਕੋਈ ਵੀ ਵਰਦੀ ਜਿਸਮ ਤੇ ਪਾਣ, ਇਹ ਕੋਈ ਗੌਨ पान कुछ पान, ਇਹਨਾਂ ਦੀ ਇਸ मुल्क की जगह नहीं है। दोस्तों जाने से पहले कुछ हमने सोशल मीडिया से अच्छी सी तजवीज़ें बड़ी अच्छी हासिल की हैं, वो आपके सामने पेश कर रहे हैं, वो रिपोर्ट भी सुन लीजिएगा।
السلام علیکم ورحمۃ اللہ وبرکاتہ. میں ہوں آپ کی ہوسٹ عنایا. حاضر خدمت ہے NJ ڈریم ٹی وی کے پلیٹ فارم سے. اعلیٰ عدلیہ کی بہتری کے لیے انقلابی ترامیم کی ضرورت. تحریر راجہ شجاعت علی عباسی ایڈوکیٹ. پاکستانی عدلیہ ایک ناکام ادارہ ہے جو عوامی مقدمات نمٹانے میں بری طرح ناکام ہو چکا ہے اور اب صرف ملک و قوم کے اوپر بوجھ ہے. اس کی بہتری کے لیے انقلابی تبدیلیوں کی اشد ضرورت ہے. موجودہ آئینی ترامیم کا پلان بھی وقت کی ضرورت ہے. اس میں وفاقی آئینی عدالت کے قیام سے عدالت عظمیٰ کی سیاسی مقدمات سے جان چھوٹ جائے گی اور وہ عوامی مقدمات نمٹانے کے لیے وقت دے سکے گی. بدقسمتی سے اس وقت عام سائلین کے مقدمات 6-7 سال مقرر ہی نہیں کیے جاتے، جس کا مطلب یہ ہوا کہ انصاف بالکل دیا ہی نہیں جا رہا. اگر موجودہ حکومت بدنیتی سے بالاتر ہو کر حقیقی بہتری کے لیے تمام سیاسی پارٹیوں بشمول اپوزیشن کو شامل کر کے ترامیم پیش کرے تو عدلیہ میں مثبت اصلاحات کر کے اس ادارے کو عوام کے لیے ایک بہترین فورم بنایا جا سکتا ہے جو اس وقت عوام دوست کی بجائے عوام پہ بوجھ بنا ہوا ہے. دیگر مثبت ترامیم کے علاوہ درج ذیل ترامیم بھی وقت کی ضروریات ہیں جن کو حکومت وقت کو اپنے پیکج میں شامل کرنا ہوگا. نمبر 1، مقدمات کا بیجا التوا ختم کرنے کے لیے ترمیم ضروری ہے. اس بابت مقدمات کا وقت مقرر کیا جائے جس میں عدالتیں ہر حالت میں فیصلہ کریں. علاوہ ازیں عدالت ہر مقدمے میں مختصر تاریخ مقرر کرے اور ڈیٹ آف فیس کا فرسودہ طریقہ کار ختم کرے. نمبر 2، بے مقصد اور طویل تعطیلات جس میں عدالت عظمیٰ کی 3 ماہ اور عدالت عدلیہ کی 2 ماہ شامل ہیں کو ختم کیا جائے. 3، ججز توہین عدالت کی آڑ میں سائلین اور وکلا کی بے جا ہتک اور توہین کرتے ہوئے شدید بدتمیزی کرتے ہیں اور عدالت کے اندر بیٹھ کر سلطان راہی بنے پھرتے ہیں اور بھڑکے مارتے ہیں جس سے ماسوائے فرعونیت کے اور کچھ حاصل نہیں ہوتا. لہٰذا توہین عدالت کا قانون ختم کر کے انصاف کے حصول کے لیے کوشش کرنی چاہیے اور اگر مکمل طور پر ختم کرنا مشکل ہے تو کم از کم وکلا کی حد تک توہین عدالت لازمی ختم کی جائے کیونکہ وکیل آفیسر آف دی کورٹ ہوتا ہے، اس لیے اس کے خلاف توہین عدالت نہیں لگایا جانا چاہیے. اس ترمیم کے بعد فرعونیت کا خاتمہ ہوگا اور عدلیہ حقیقی کام پہ توجہ دے گی. نمبر 4، ججز کے اندر ہبے جا کے خاتمے کے لیے ضروری ہے کہ مقدمات کو میڈیا کی بے جا کوریج سے دور رکھا جائے. اس سے انصاف کی طرف حقیقی پیش قدمی ہوگی. نمبر 5، ججز کی تعیناتی کے لیے یہ لازمی دیکھا جائے کہ ان کے اندر بنیادی انسانی خصوصیات موجود ہیں یا نہیں. اگر یہ خصوصیات ان کے اندر ناپید ہوں تو پھر ایسے لوگوں کو ہرگز جج تعینات نہ کیا جائے چاہے وہ کتنے ہی پروفیشنل کیوں نہ ہو. نمبر 6، حکومت کی جانب سے ججز کی تعیناتی کے لیے جس طرح اس وقت ڈرافٹ میں طریقہ کار پیش کیا گیا ہے بجائے فرد واحد یعنی وزیر اعظم کو فائنل اتھارٹی دینے کے ایک اجتماعی ادارے کے ذریعے کیا جائے جس میں پارلیمان کی بالادستی ثابت ہو. نمبر 7، ججز کی برطرفی کے لیے سپریم جوڈیشل کونسل کی بجائے امریکہ کی طرز پر عوامی نمائندہ ادارہ یعنی پارلیمان یہ کارروائی کرے کیونکہ سپریم جوڈیشل کونسل میں صرف ججز ہوتے ہیں اور وہ اپنے ساتھیوں کی غلطی اور جرائم کو پس پشت ڈال دیتے ہیں جس سے انصاف کا حصول ممکن نہیں ہو سکتا. نمبر 8، اعلیٰ عدالتوں کے فیصلہ جات کی بنیاد پر جوڈیشل ریویو کی بنیاد رکھی جا چکی ہے جس کو آئینی ترمیم کے ذریعے ختم کیا جائے اور عوامی نمائندہ ادارہ یعنی پارلیمان کو بالادست بنایا جائے اور کسی بھی قانون سازی کو عدالتوں کے ذریعے ختم کرنے کا رجحان ختم کیا جائے. عدالتوں میں دائرے کا طریقہ کار انتہائی آسان کیا جائے اور بلا وجہ اعتراضات لگا کر سائلین کو ذلیل کرنے سے روکا جائے. مقدمات کا آغاز ایک سادہ کاغذ سے لکھی درخواست پر بھی کیا جائے. نیز آن لائن فائلنگ کا آغاز از حد لازم ہے. نمبر 10، اعلیٰ عدلیہ میں مصنوعی ذہانت کے استعمال کا آغاز کرنا بھی وقت کی ضرورت ہے، اس پہ بھی کام کیا جائے. اسی کے ساتھ اپنی ہوسٹ عنایا کو دیجیے گا اجازت. ہر لمحہ بہبر رہنے کے لیے رہیے ہمارے ساتھ. تب تک کے لیے اپنا خیال رکھیے گا. اللہ حافظ.